Hello dear students, how are you? Hope you are doing good. ਅੱਜ ਦਾ ਸਾਡਾ ਟੌਪਿਕ ਹੈ ਇਕੁਏਸ਼ਨ ਆਫ ਕੰਟੀਨਿਊਟੀ। ਦੇਖੋ ਜੀ ਇੱਕ ਪਾਈਪ ਦੇ ਵਿੱਚੋਂ ਲਿਕੁਇਡ ਫਲੋ ਕਰ ਰਿਹਾ ਹੈ। ਅਸੀਂ ਇਸ ਤਰ੍ਹਾਂ ਦੀ ਇੱਕ ਪਾਈਪ ਅਸਿਊਮ ਕਰ ਰਹੇ ਹਾਂ ਜਿਸ ਦਾ ਕਿ ਕ੍ਰਾਸ ਸੈਕਸ਼ਨਲ ਏਰੀਆ ਵੇਰੀਏਬਲ ਹੈ। ਇਸ ਜਗ੍ਹਾ ਤੇ ਜੋ ਏਰੀਆ ਆਫ ਕ੍ਰਾਸ ਸੈਕਸ਼ਨ ਹੈ ਉਹ A1 ਹੈ। ਇਸ ਜਗ੍ਹਾ ਤੇ ਜੋ ਏਰੀਆ ਆਫ ਕ੍ਰਾਸ ਸੈਕਸ਼ਨ ਹੈ ਉਹ A2 ਹੈ। ਠੀਕ ਹੈ, ਐਂਡ ਇਟ ਇਜ਼ ਵੈਰੀ ਕਲੀਅਰ ਕਿ A1 ਇਜ਼ ਗ੍ਰੇਟਰ ਦੈਨ A2। ਇਸ ਦੇ ਵਿੱਚ ਲਿਕੁਇਡ ਫਲੋ ਕਰ ਰਿਹਾ ਹੈ। ठीक है, तो जो लिक्विड एंटर कर रहा है एट दिस एंड इट इज विद वेलोसिटी v1 ਤੇ ਜੋ ਲਿਕੁਇਡ ਲੀਵ ਕਰ ਰਿਹਾ ਹੈ ਵਿਦ वेलोसिटी v2। ਤੇ ਇਹਦੇ ਵਿੱਚ ਕੀ ਹੋਏਗਾ ਕਿ ਜੇ ਲਿਕੁਇਡ ਕਿਸੇ ਪਾਈਪ ਦੇ ਵਿੱਚ ਐਂਟਰ ਕਰ ਰਿਹਾ ਹੈ ਤੇ ਉਸ ਪਾਈਪ ਦੇ ਵਿੱਚ ਕੋਈ ਸੋਰਸ ਜਾਂ ਸਿੰਕ ਨਹੀਂ ਹੈ, ਮਤਲਬ ਇਸ ਨੂੰ ਕੋਈ ਹੋਰ ਪਾਈਪ ਜੁਆਇਨ ਨਹੀਂ ਕਰ ਰਹੀ। ਜਿਸ ਤਰ੍ਹਾਂ ਅਸੀਂ ਕਹੀਏ ਕਿ ਇੱਧਰ ਜਾਂ ਕੋਈ ਹੋਰ ਲਿਕੁਇਡ ਦਾ ਐਂਟਰੀ ਪੁਆਇੰਟ ਨਹੀਂ ਹੈ ਜਾਂ ਕੋਈ ਲਿਕੁਇਡ ਦਾ ਐਗਜ਼ਿਟ ਨਹੀਂ ਹੈ, ਕੋਈ ਸੋਰਸ ਜਾਂ ਸਿੰਕ ਨਹੀਂ ਹੈ। ਜਿਵੇਂ ਇਸ ਨੂੰ ਅਸੀਂ ਸੋਰਸ ਅਸਿਊਮ ਕਰ ਸਕਦੇ ਹਾਂ ਕਿ ਜੇ ਲਿਕੁਇਡ ਇੱਥੋਂ ਐਂਟਰ ਕਰ ਰਿਹਾ ਹੈ, ਜੇ ਲਿਕੁਇਡ ਇੱਥੋਂ ਲੀਵ ਕਰ ਰਿਹਾ ਹੈ, ਤੇ ਜੇ ਕੋਈ ਸੋਰਸ ਜਾਂ ਸਿੰਕ ਨਹੀਂ ਹੈ ਕਿ ਇੱਕ ਇਸ ਤਰ੍ਹਾਂ ਦੀ ਪਾਈਪ ਹੈ ਜਿਸ ਤਰ੍ਹਾਂ ਦੀ ਅਸੀਂ ਪਹਿਲਾਂ ਡਰਾ ਕੀਤੀ ਹੈ, ਤਾਂ ਲਿਕੁਇਡ ਦੇ ਇਸ ਫਲੋ ਲਈ ਇਕੁਏਸ਼ਨ ਆਫ ਕੰਟੀਨਿਊਟੀ ਦੇ ਅਕੋਰਡਿੰਗ ਕੀ ਹੋਏਗਾ ਕਿ ਵੋਲਿਊਮ ਆਫ ਲਿਕੁਇਡ ਐਂਟਰਿੰਗ ਪਰ ਸੈਕਿੰਡ ਥਰੂ ਦ ਐਂਡ A is equal to volume of liquid ਲੀਵਿੰਗ ਪਰ ਸੈਕਿੰਡ। ਮਤਲਬ ਕੀ ਹੈ ਕਿ ਜਿੰਨਾ ਵੋਲਿਊਮ ਲਿਕੁਇਡ ਦਾ ਇਸ ਪੁਆਇੰਟ ਤੇ ਐਂਟਰ ਕਰੇਗਾ ਉਨਾ ਹੀ ਵੋਲਿਊਮ ਇਸ ਪੁਆਇੰਟ ਤੇ ਲੀਵ ਕਰੇਗਾ। ਸਿਰਫ ਇੱਥੇ ਹੀ ਨਹੀਂ, ਅਸੀਂ ਜੇ ਇਨ ਬਿਟਵੀਨ ਕੋਈ ਹੋਰ ਕ੍ਰਾਸ ਸੈਕਸ਼ਨ ਵੀ ਅਸਿਊਮ ਕਰਦੇ ਹਾਂ ਤਾਂ ਉਹਦੇ ਲਈ ਵੀ ਇਹ ਚੀਜ਼ ਜਿਹੜੀ ਹੈ ਉਹ ਸਹੀ ਹੋਏਗੀ। ਤਾਂ ਦੇਖੋ ਵੋਲਿਊਮ ਆਫ ਲਿਕੁਇਡ ਐਂਟਰਿੰਗ ਪਰ ਸੈਕਿੰਡ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ। ਵੋਲਿਊਮ ਆਫ ਲਿਕੁਇਡ ਐਂਟਰਿੰਗ ਪਰ ਸੈਕਿੰਡ ਜਾਂ ਫਲੋਇੰਗ ਪਰ ਸੈਕਿੰਡ ਇਹ ਹੁੰਦਾ ਰੇਟ ਆਫ ਫਲੋ। ਠੀਕ ਹੈ, ਇਸ ਨੂੰ ਅਸੀਂ ਇੱਥੇ A ਤੇ V ਦੀ ਪ੍ਰੋਡਕਟ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। A1 into V1 is equal to A2 into V2। मैं एक्सप्लेन करता कि किस तरह A into V रेट ऑफ फ्लो बनता है वॉल्यूम ऑफ लिक्विड फ्लोइंग पर सेकंड एरिया into वेलोसिटी। जो A into V है इट मीन्स एरिया into वेलोसिटी है। ठीक है, एरिया into वेलोसिटी देखो ये किस तरह बनता है वॉल्यूम फ्लोइंग पर सेकंड। जो एरिया into वेलोसिटी होंगे जी जो डिस्टेंस ट्रेवल कर रहे हैं, डिस्प्लेसमेंट ओवर टाइम। ठीक है, डिस्प्लेसमेंट ओवर टाइम। एरिया इनटू जो लिक्विड स्मॉल डिस्प्लेसमेंट इतने ट्रैवल कर रहे हैं फ्रॉम दिस पॉइंट टू दिस पॉइंट ਅਸੀਂ स्मॉल डिस्प्लेसमेंट अज्यूम कर लेने हैं इन स्मॉल टाइम, तो बन जाएगा इस पोर्शन ਦੇ ਵਿੱਚ जिन्ना वॉल्यूम है तो इज इक्वल टू वॉल्यूम अपॉन टाइम। ठीक है, तो इसमें ਅਸੀਂ रेट ऑफ फ्लो भी कह सकते हैं, रेट ऑफ फ्लो ऑफ लिक्विड। ठीक है, एरिया इनटू वॉल्यूम। तो ये रेट ऑफ फ्लो हो गया एक्चुअली, मतलब रेट ऑफ फ्लो कांस्टेंट रहेगा। ठीक है, जे ਅਸੀਂ ਇਸ ਨੂੰ ਲਿਕੁਇਡ ਦੀ ਡੈਂਸਿਟੀ ਨਾਲ ਮਲਟੀਪਲਾਈ ਕਰ ਦਈਏ, ਅਸੀਂ ਅਸਿਊਮ ਕਰੀਏ ਕਿ ਇਫ ਲਿਕੁਇਡ ਇਜ਼ ਇਨਕੰਪਰੈਸਿਬਲ ਇਟ ਮੀਨਸ ਡੈਂਸਿਟੀ ਇਜ਼ ਇਕੁਅਲ ਟੂ ਕਾਂਸਟੈਂਟ। ठीक है, दोनों साइड ਤੇ ਅਸੀਂ ਰੋ ਨਾਲ ਮਲਟੀਪਲਾਈ ਕਰ ਦਈਏ A1 V1 into रो इज इक्वल टू A2 V2 into रो। तो ये बन जाएगा वॉल्यूम मल्टीप्लाइड बाय डेंसिटी, वॉल्यूम फ्लोइंग पर सेकंड इनटू डेंसिटी, ये हो जाएगा मास ऑफ लिक्विड, मास ऑफ लिक्विड एंटरिंग पर सेकंड इज इक्वल टू मास ऑफ लिक्विड लीविंग पर सेकंड। ठीक है, जे ਅਸੀਂ ਮਾਸ ਦੇ ਟਰਮਸ ਦੇ ਵਿੱਚ ਗੱਲ ਕਰਨੀ ਹੈ ਤਾਂ ਫਿਰ ਅਸੀਂ ਰਿਪਰੈਜ਼ੈਂਟ ਕਰਾਂਗੇ A1 into V1 into रो। ठीक है, ਤੇ ਜੇ ਅਸੀਂ ਵੋਲਿਊਮ ਆਫ ਲਿਕੁਇਡ ਪਰ ਸੈਕਿੰਡ ਦੀ ਟਰਮਸ ਦੇ ਵਿੱਚ ਗੱਲ ਕਰਨੀ ਹੈ ਫਿਰ ਅਸੀਂ ਕਰਾਂਗੇ ਜੀ A1 V1 is equal to A2 V2। ठीक है, या इसमें इस तरह में किया जा सकता है कि A into V ਦੀ जो प्रोडक्ट है दैट इज इक्वल टू कांस्टेंट। ठीक है, इसमें किया जा सकता है A V ਦੇ जो रो ਦੀ प्रोडक्ट है दैट इज इक्वल टू कांस्टेंट। क्लीयर होई गल? बड़ा क्लीयर है जी। देखो जिथे जाके एरिया ऑफ क्रॉस सैक्शन घटेगा उत्थे लिक्विड की वेलोसिटी ਵੱਧ ਜਾਂਦੀ ਹੈ। ਅਸੀਂ ਦੇਖਦੇ ਹਾਂ ਕਿ ਅਸੀਂ ਪਾਈਪ ਦੇ ਨਾਲ ਦੇਖੋ ਪਾਣੀ ਦਾ ਛਿੜਕਾਅ ਕਰਦੇ ਹਾਂ ਨਾ, ਤੇ ਜਦੋਂ ਪਾਈਪ ਦੇ ਮੂੰਹ ਦੇ ਅੱਗੇ ਹੱਥ ਰੱਖ ਲੈਂਦੇ ਆ ਤਾਂ ਅਸੀਂ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਘਟਾ ਰਹੇ ਹਾਂ। ਠੀਕ ਹੈ, ਤੇ ਲਿਕੁਇਡ ਦੀ ਵੈਲੋਸਿਟੀ ਉਸ ਜਗ੍ਹਾ ਤੇ ਵੱਧ ਜਾਂਦੀ ਹੈ। ਤਾਂ ਇਹ ਹੈ ਜੀ ਇਕੁਏਸ਼ਨ ਆਫ ਕੰਟੀਨਿਊਟੀ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈ, ਇਹ ਯਾਦ ਰੱਖਣੀ ਹੈ। ਇਹ ਫਲੋ ਆਫ ਲਿਕੁਇਡ ਦੇ ਨਾਲ ਰਿਲੇਟਡ ਹੈ ਕਿਸੇ ਪਾਈਪ ਦੇ ਵਿੱਚ
ਇਸ ਟੌਪਿਕ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਹੁਣ ਐਨਰਜੀਜ਼ ਆਫ ਲਿਕੁਇਡ, ਕਿ ਜੋ ਲਿਕੁਇਡ ਫਲੋ ਕਰ ਰਿਹਾ ਉਸ ਕੋਲ ਕਿਸ ਤਰ੍ਹਾਂ ਦੀਆਂ એનર્ਜੀਜ਼ ਹੈ, ਜਾਂ ਜੋ ਲਿਕੁਇਡ ਸਟੈਟਿਕ ਹੈ ਤਾਂ ਉਸ ਕੋਲ ਕਿਸ ਤਰ੍ਹਾਂ ਦੀਆਂ એનર્ਜੀਜ਼ ਹੈ। ਸਪੋਜ਼ ਕਰੋ ਕਿ ਇੱਕ ਪਾਈਪ ਦੇ ਵਿੱਚ ਲਿਕੁਇਡ ਫਲੋ ਕਰ ਰਿਹਾ ਹੈ, ਠੀਕ ਹੈ, ਤਾਂ ਜੋ ਵੀ ਮੂਵਿੰਗ ਬੋਡੀ ਹੈ ਉਸ ਕੋਲੇ ਕੈਨੇਟਿਕ એનર્ਜੀ ਹੁੰਦੀ ਹੈ, ਠੀਕ ਹੈ। ਤਾਂ ਪਹਿਲਾਂ ਅਸੀਂ ਲਿਕੁਇਡ ਦੀ ਕੈਨੇਟਿਕ એનર્ਜੀ ਦੀ ਗੱਲ ਕਰਾਂਗੇ। ਕੈਨੇਟਿਕ એનર્ਜੀ ਦਾ ਫਾਰਮੂਲਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਕੈਨੇਟਿਕ એનર્ਜੀ ਕਿਸ ਦੇ ਇਕੁਅਲ ਹੁੰਦੀ ਹੈ। ਕੈਨੇਟਿਕ એનર્ਜੀ ਇਜ਼ ਇਕੁਅਲ ਟੂ 1/2 mv², ਠੀਕ ਹੈ। ਜਦੋਂ ਲਿਕੁਇਡ ਫਲੋ ਕਰ ਰਿਹਾ ਹੁੰਦਾ ਨਾ, ਕਿਸੇ ਰਿਵਰ ਦੇ ਵਿੱਚ ਲਿਕੁਇਡ ਫਲੋ ਕਰ ਰਿਹਾ, ਕਿਸੇ ਪਾਈਪ ਦੇ ਵਿੱਚ ਲਿਕੁਇਡ ਫਲੋ ਕਰ ਰਿਹਾ, ਤਾਂ ਕਿੰਨਾ ਲਿਕੁਇਡ ਫਲੋ ਕਰ ਰਿਹਾ ਉਸ ਦਾ ਮਾਸ ਕੈਲਕੂਲੇਟ ਕਰਨਾ ਬਹੁਤ ਡਿਫਿਕਲਟ ਹੋ ਜਾਂਦਾ ਹੈ। ਤਾਂ ਇਸ ਲਈ ਅਸੀਂ ਕੀ ਕਰਦੇ ਹਾਂ, ਜੋ ਲਿਕੁਇਡ ਦੀ એનર્ਜੀ ਹੈ ਨਾ, ਤਾਂ ਮੋਸਟ ਆਫ ਦਾ ਟਾਈਮਸ ਅਸੀਂ ਕੈਨੇਟਿਕ એનર્ਜੀ ਪਰ ਯੂਨਿਟ ਮਾਸ ਦੀ ਗੱਲ ਕਰਿਆ ਕਰਾਂਗੇ। ਕੈਨੇਟਿਕ એનર્ਜੀ ਪਰ ਯੂਨਿਟ ਮਾਸ, ਠੀਕ ਹੈ। ਤਾਂ ਅਸੀਂ ਕੈਨੇਟਿਕ એનર્ਜੀ ਨੂੰ ਜੋ ਐਕਸਪ੍ਰੈਸ਼ਨ ਫਾਈਂਡ ਕੀਤਾ ਉਸ ਨੂੰ m ਨਾਲ ਡਿਵਾਈਡ ਕਰ ਦਿਆਂਗੇ, ਇਸ ਸਾਈਡ ਤੇ ਵੀ m ਨਾਲ ਡਿਵਾਈਡ ਕਰ ਦਿਆਂਗੇ, ਤਾਂ m ਕੈਂਸਲ ਹੋ ਜਾਏਗਾ। ਸਾਡੇ ਕੋਲ ਕੈਨੇਟਿਕ એનર્ਜੀ ਪਰ ਯੂਨਿਟ ਮਾਸ ਆ ਜਾਏਗੀ 1/2 v²। ਤਾਂ ਇਹ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ, ਜ਼ਿਆਦਾ ਬੈਟਰ ਵੀ ਲੱਗ ਰਿਹਾ ਕਿਉਂਕਿ ਸਿਰਫ ਵੈਲੋਸਿਟੀ ਦਾ ਐਕਸਪ੍ਰੈਸ਼ਨ ਇਹਦੇ ਵਿੱਚ ਆ ਰਿਹਾ, ਠੀਕ ਹੈ। ਜਾਂ ਹੋਰ ਚੀਜ਼ ਹੈ ਕਿ ਜਿਵੇਂ ਅਸੀਂ ਕੈਨੇਟਿਕ એનર્ਜੀ ਪਰ ਯੂਨਿਟ ਮਾਸ ਫਾਈਂਡ ਕੀਤੀ ਹੈ, ਉਸੇ ਤਰ੍ਹਾਂ ਹੀ ਅਸੀਂ ਕੈਨੇਟਿਕ એનર્ਜੀ ਪਰ ਯੂਨਿਟ ਵੋਲਿਊਮ ਫਾਈਂਡ ਕਰਦੇ ਹਾਂ, ਠੀਕ ਹੈ। ਇਹ ਵੀ ਸਾਡੇ ਲਈ ਬੈਨੀਫੀਸ਼ੀਅਲ ਹੈ ਕਿ ਕੈਨੇਟਿਕ એનર્ਜੀ ਪਰ ਯੂਨਿਟ ਵੋਲਿਊਮ ਜੇ ਕੈਲਕੂਲੇਟ ਕਰਦੇ ਹਾਂ ਤਾਂ ਇਸ ਨੂੰ ਅਸੀਂ v ਨਾਲ ਡਿਵਾਈਡ ਕਰ ਦਿੰਦੇ ਹਾਂ, ਜੋ ਲਿਕੁਇਡ ਫਲੋ ਕਰ ਰਿਹਾ ਹੈ। ਤਾਂ ਮਾਸ ਪਰ ਯੂਨਿਟ ਕੀ ਬਣ ਜਾਂਦਾ ਹੈ, ਇਹ ਡੈਂਸਿਟੀ ਬਣ ਜਾਂਦੀ ਹੈ, ਕਿ ਸਾਡੇ ਕੋਲ ਜੋ ਐਕਸਪ੍ਰੈਸ਼ਨ ਹੈ ਉਹ ਡੈਂਸਿਟੀ ਆਫ ਲਿਕੁਇਡ ਦੇ ਵਿੱਚ ਆ ਜਾਂਦਾ ਵੀ ਸਾਨੂੰ ਮਾਸ ਦੀ ਵੈਲਿਊ ਪੁੱਟ ਕਰਨ ਦੀ ਜ਼ਰੂਰਤ ਨਹੀਂ ਕਿ ਕਿੰਨਾ ਮਾਸ ਫਲੋ ਕਰ ਰਿਹਾ। ਤਾਂ ਇਹ ਦੋ ਐਕਸਪ੍ਰੈਸ਼ਨਸ ਸਾਡੇ ਲਈ ਇੰਪੋਰਟੈਂਟ ਹੋ ਜਾਂਦੇ ਆ, ਕੈਨੇਟਿਕ એનર્ਜੀ ਪਰ ਯੂਨਿਟ ਮਾਸ ਤੇ ਕੈਨੇਟਿਕ એનર્ਜੀ ਪਰ ਯੂਨਿਟ ਵੋਲਿਊਮ, ਠੀਕ ਹੈ। ਇਹ ਕੈਲਕੂਲੇਟ ਕਰਨੇ ਵੀ ਈਜ਼ੀ ਹੈ। ਦੂਸਰੀ ਗੱਲ ਆ ਜਾਂਦੀ ਹੈ ਜੀ ਪੋਟੈਂਸ਼ੀਅਲ એનર્ਜੀ ਦੀ। ਸੇਮ ਵੇ ਦੇ ਨਾਲ ਅਸੀਂ ਪੋਟੈਂਸ਼ੀਅਲ એનર્ਜੀ ਦੀ ਗੱਲ ਕਰਦੇ ਹਾਂ। ਤਾਂ ਦੇਖੋ ਕਿਉਂਕਿ ਪਾਈਪ ਕਿਸੇ ਹਾਈਟ ਤੇ ਹੋ ਸਕਦੀ ਹੈ, ਠੀਕ ਹੈ, ਤਾਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਸੀ, ਠੀਕ ਹੈ। ਤੇ ਜਦੋਂ ਹਾਈਟ ਬਹੁਤ ਜ਼ਿਆਦਾ ਨਾ ਹੋਵੇ ਤਾਂ ਜੋ ਪੋਟੈਂਸ਼ੀਅਲ એનર્ਜੀ ਹੈ ਅਸੀਂ ਕੈਲਕੂਲੇਟ ਕਰਦੇ ਹੁੰਦੇ ਹਾਂ mgh, ਠੀਕ ਹੈ, when h is much less than r radius of earth, ਠੀਕ ਹੈ। ਤੇ ਜੇ ਇਸੇ ਤਰੀਕੇ ਦੇ ਨਾਲ ਅਸੀਂ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ ਕੈਲਕੂਲੇਟ ਕਰੀਏ, ਠੀਕ ਹੈ, ਤਾਂ ਇਹ ਬਣ ਜਾਏਗੀ mgh/m, ਤਾਂ ਇਟ ਇਜ਼ ਇਕੁਅਲ ਟੂ gh, ਠੀਕ ਹੈ। ਜਾਂ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ ਕੈਲਕੂਲੇਟ ਕਰੀਏ, ਇਫ v ਇਜ਼ ਵੋਲਿਊਮ, ਤਾਂ ਇਹ ਬਣ ਜਾਏਗੀ ਜੀ mgh/v, ਮਾਸ ਪਰ ਯੂਨਿਟ ਵੋਲਿਊਮ ਹੋ ਜਾਏਗਾ ρgh, ਠੀਕ ਹੈ। ਤਾਂ ਇਹ ਐਕਸਪ੍ਰੈਸ਼ਨ ਸਾਡੇ ਲਈ ਇੰਪੋਰਟੈਂਟ ਹੈ, ਠੀਕ ਹੈ। gh ਜਾਂ ρgh ਡੈਂਸਿਟੀ ਦੀਆਂ ਟਰਮਸ ਦੇ ਵਿੱਚ, ਠੀਕ ਹੈ। ਇੱਕ ਥਰਡ ਕਾਈਂਡ ਦੀ એનર્ਜੀ ਲਿਕੁਇਡ ਪੋਸੈਸ ਕਰਦਾ ਹੈ, ਦੈਟ ਇਜ਼ ਪ੍ਰੈਸ਼ਰ એનર્ਜੀ। ਤਾਂ ਅਸੀਂ ਪ੍ਰੈਸ਼ਰ એનર્ਜੀ ਦੀ ਗੱਲ ਕਰਦੇ ਹਾਂ। ਪ੍ਰੈਸ਼ਰ ਕਰਕੇ ਲਿਕੁਇਡ ਕੋਲੇ ਕੁਝ એનર્ਜੀ ਹੈ, ਤਾਂ ਉਹ એનર્ਜੀ ਅਸੀਂ ਕੈਲਕੂਲੇਟ ਕਰਦੇ ਹਾਂ। ਦੇਖੋ ਇੱਕ ਕੰਟੇਨਰ ਅਸੀਂ ਅਜ਼ਿਊਮ ਕਰ ਰਹੇ ਹਾਂ, ਸਪੋਜ਼ ਕਰੋ ਦਿਸ ਇਜ਼ ਕੰਟੇਨਰ। ਇਸ ਕੰਟੇਨਰ ਦੇ ਬਿਲਕੁਲ ਬੋਟਮ ਤੇ ਨਾ ਇੱਕ ਛੋਟੀ ਜਿਹੀ ਓਪਨਿੰਗ ਹੈ, ਠੀਕ ਹੈ, ਜਿੱਥੇ ਕੋਈ ਪਿਸਟਨ ਲੱਗਿਆ ਹੋਇਆ ਹੈ, ਇਹਦੇ ਵਿੱਚ ਲਿਕੁਇਡ ਫਿਲ ਕੀਤਾ ਹੋਇਆ ਜੀ, ਠੀਕ ਹੈ। ਸਾਰੇ ਕੰਟੇਨਰ ਦੇ ਵਿੱਚ ਲਿਕੁਇਡ ਹੈ। ਦੇਖੋ ਲਿਕੁਇਡ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਵੇਂ ਜਿਵੇਂ ਅਸੀਂ ਬੋਟਮ ਤੇ ਜਾਈ ਜਾਂਦੇ ਹਾਂ ਪ੍ਰੈਸ਼ਰ ਵੇਰੀ ਕਰਦਾ। ਜੋ ਇੱਥੇ ਪ੍ਰੈਸ਼ਰ ਹੈ that is atmospheric pressure, ठीक है, atmospheric pressure। बट जिमें जिमें ਅਸੀਂ ਨੀਚੇ ਚਲੇ ਜਾਂਦੇ ਆ, ਇਸ ਦੇ ਇਨਸਾਈਡ ਚਲੇ ਜਾਂਦੇ ਆ, ਤਾਂ ਉਹ ਪ੍ਰੈਸ਼ਰ ਜਿਹੜਾ ਹੈ ਉਹ ਇਨਕਰੀਜ਼ ਹੁੰਦਾ ਹੈ। ਤਾਂ ਜੋ ਇੱਥੇ ਬਾਟਮ ਤੇ ਪ੍ਰੈਸ਼ਰ ਹੋਏਗਾ ਉਹ ਹੋਏਗਾ ਜੀ ਐਟਮੋਸਫੇਰਿਕ ਪ੍ਰੈਸ਼ਰ, प्लस जो इस वाटर के कॉलम करके प्रेशर, तो जो ये प्रेशर है, ठीक है ना, तो वो होएगा जी एच रो जी, जो लिक्विड की हाइट है। तो प्रेशर वेरी करता है। हम सपोज करो कि ग्राउंड ते प्रेशर ज़्यादा है, तो ये पिस्टन ना थोड़ा जा बाहर वाल मूव करता है कि अंदरों प्रेशर लगता है, ठीक है। तो लिक्विड जो है वो इसनों पुश करता है बाहर वाल नूं, तो ये डिस्प्लेसमेंट है स्मॉल जी dx, इस दे उपर फोर्स लगता है F, ठीक है। इस जगह ते असीं प्रैशर अज्यूम करते हैं कि प्रैशर इज P, कि जो ये प्रैशर है दैट इज P, जो ये टोटल प्रैशर है।
ਤਾਂ ਵਰਕ ਡਨ ਕਿੰਨਾ ਹੋ ਜਾਏਗਾ, ਸਮਾਲ ਅਮਾਊਂਟ ਆਫ ਵਰਕ ਡਨ ਜੇ ਅਸੀਂ ਕੈਲਕੂਲੇਟ ਕਰੀਏ ਤਾਂ ਸਮਾਲ ਅਮਾਊਂਟ ਆਫ ਵਰਕ ਡਨ ਹੋ ਜਾਏਗਾ ਜੀ dw इज इक्वल टू एफ इंटू डी एक्स। फोर्स किस तरह कैलकुलेट करांगे, जे इस द एरिया ऑफ क्रॉस सेक्शन जो है ए है तो फोर्स हो जाएगा जी प्रेशर इंटू एरिया, क्योंकि प्रेशर की डेफिनेशन होती है ना कि प्रेशर जो है इट इज फोर्स पर यूनिट एरिया। ठीक है, तो फोर्स कैलकुलेट करना है तो इज इक्वल टू प्रेशर इंटू एरिया। ठीक है, तो हम जो डी डब्ल्यू है इज इक्वल टू एफ डी एक्स है, फॉर्मूला तो अभी पहले ही कर चुके हैं। एफ की जगह तो अभी ए पुट करता था, एफ ए इंटू डी एक्स। ਹੁਣ ਏਰੀਆ ਇੰਟੂ ਡੀ ਐਕਸ, ਇਸ ਦੀ ਲੈਂਥ ਡੀ ਐਕਸ ਹੈ, ਏਰੀਆ ਇਸ ਦਾ ਏ ਹੈ, ਤਾਂ ਜੋ ਛੋਟਾ ਜਿਹਾ ਸਿਲੰਡਰ ਬਣਿਆ ਇਸ ਦਾ ਵੋਲਿਊਮ ਹੋ ਜਾਏਗਾ ਡੀ ਵੀ ਤੇ ਬਣ ਜਾਏਗਾ ਪੀ ਡੀ ਵੀ। ਤਾਂ ਵਰਕ ਡਨ ਇਜ਼ ਇਕੁਅਲ ਟੂ ਪੀ ਡੀ ਵੀ। ਜਿਹੜਾ ਵਰਕ ਡਨ ਹੈ ਉਹ ਸਟੋਰ ਹੋ ਜਾਏਗਾ ਐਜ਼ ਪ੍ਰੈਸ਼ਰ એનર્ਜੀ। ਦਿਸ ਵਰਕ ਡਨ ਇਜ਼ ਸਟੋਰਡ ਐਜ਼ ਪ੍ਰੈਸ਼ਰ એનર્ਜੀ, ਤੇ ਇਸ ਨੂੰ ਅਸੀਂ ਪ੍ਰੈਸ਼ਰ એનર્ਜੀ ਕਹਿ ਸਕਦੇ ਹਾਂ, ਪ੍ਰੈਸ਼ਰ एनर्जी। जे ਅਸੀਂ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਕੈਲਕੂਲੇਟ ਕਰੀਏ ਤੇ ਹੋ ਜਾਏਗਾ ਜੀ P dV ਡਿਵਾਈਡਡ ਬਾय ਮਾਸ। ਠੀਕ ਹੈ, ਤਾਂ ਹੁਣ ਮਾਸ ਡਿਵਾਈਡਡ ਬਾय ਵੋਲਿਊਮ ਹੈ, ਜੋ ਇੰਨੇ ਪੋਰਸ਼ਨ ਦੇ ਵਿੱਚ ਲਿਕੁਇਡ ਦਾ ਮਾਸ ਹੈ। ਠੀਕ ਹੈ, ਤਾਂ ਮਾਸ ਡਿਵਾਈਡਡ ਬਾय ਵੋਲਿਊਮ dV ਨੂੰ ਨੀਚੇ ਲੈ ਆਓ ਤੇ ਬਣ ਜਾਏਗਾ P ਮਾਸ ਓਵਰ dV। ਠੀਕ ਹੈ, ਤਾਂ ਮਾਸ ਓਵਰ ਵੋਲਿਊਮ ਕੀ ਹੁੰਦਾ ਜੀ, ਡੈਂਸਿਟੀ। ਤਾਂ ਇਸ ਨੂੰ ਅਸੀਂ ਕਹਿ ਸਕਦੇ ਹਾਂ ਜੀ P ਡਿਵਾਈਡਡ ਬਾय ρ। ਦੇਖੋ ਜੇ ਅਸੀਂ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲਿਊਮ ਕੈਲਕੂਲੇਟ ਕਰਦੇ ਹਾਂ, ਠੀਕ ਹੈ, ਪ੍ਰੈਸ਼ਰ એનર્ਜੀ ਹੈ P dV, ਕਿੰਨਾ ਵੋਲਿਊਮ ਹੈ ਇਸ dV, ਤੇ dV ਨਾਲ dV ਕੈਂਸਲ ਹੋ ਜਾਏਗਾ, ਤਾਂ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲਿਊਮ ਇਜ਼ ਇਕੁਅਲ ਟੂ ਪ੍ਰੈਸ਼ਰ ਇਟਸੈਲਫ। ਠੀਕ ਹੈ, ਨਿਊਮੈਰੀਕਲੀ ਉਹ ਪ੍ਰੈਸ਼ਰ ਦੇ ਇਕੁਅਲ ਹੋ ਜਾਏਗੀ। तो देखो ਅਸੀਂ ਪ੍ਰੈਸ਼ਰ એનર્ਜੀ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਹੈ, ਅਸੀਂ ਸਮਾਲ ਅਮਾਊਂਟ ਆਫ ਵਰਕ ਡਨ ਕੈਲਕੂਲੇਟ ਕੀਤਾ ਹੈ। ਠੀਕ ਹੈ, ਤਾਂ ਸਮਾਲ ਅਮਾਊਂਟ ਆਫ ਵਰਕ ਡਨ ਕਿੰਨਾ ਹੋ ਗਿਆ ਜੀ, ਸਮਾਲ ਅਮਾਊਂਟ ਆਫ ਵਰਕ ਡਨ ਇਜ਼ एफ डी एक्स। तो एफ इज इक्वल टू पी ए इंटू डी एक्स, ए इंटू डी एक्स हो गया जी वॉल्यूम पी डी वी, पी इंटू डी वी। तो उसमें ਅਸੀਂ पर यूनिट मास करता तो डी वी ਨੂੰ ਅਸੀਂ नीचे ले आए, तो ਪ੍ਰੈਸ਼ਰ એનર્ਜੀ पर यूनिट मास किस ਦੇ इक्वल होगी, P डिवाइडेड बाय रो, वेयर रो इज डेंसिटी ऑफ लिक्विड। ठीक है जी, रो इज डेंसिटी ऑफ लिक्विड। क्लीयर। जे प्रैशर एनर्जी पर यूनिट वॉल्यूम कैलकुलेट करते हैं तो वो हो जाती है जी प्रैशर के इक्वल। तो हुणे ਜਿਹੜੀਆਂ ਸਾਰੀਆਂ ਤਰ੍ਹਾਂ ਦੀਆਂ એનર્ਜੀਜ਼ ਹੈ ਅਸੀਂ ਗੱਲ ਕੀਤੀ ਹੈ, ਇਸ ਨੂੰ ਨੈਕਸਟ ਟੌਪਿਕ ਬਰਨੌਲੀਜ਼ ਥਿਊਰਮ ਦੇ ਵਿੱਚ ਯੂਜ਼ ਕਰਾਂਗੇ। ਠੀਕ ਹੈ।